ਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ 10ਵੀਂ ਜਮਾਤ ਲਈ ਰਿਵੀਜ਼ਨ ਪੇਪਰ 3rd। ਚਲੋ ਕਰਦੇ ਹਾਂ ਬੇਟਾ ਆਪਾਂ ਡਿਸਕਸ। ਪਹਿਲਾ ਪ੍ਰਸ਼ਨ ਸੀ ਸਾਡਾ ਇਹਦੇ ਵਿੱਚ, ਦਿੱਤੇ ਗਏ ਗੁਣਨਖੰਡ ਰੁੱਖ ਵਿੱਚ ਅਗਿਆਤ ਸੰਖਿਆ ਪਤਾ ਕਰੋ। ਤਾਂ ਇੱਥੇ ਅਸੀਂ ਇਸ ਤਰ੍ਹਾਂ ਸੀ ਵੀ ਕੀ ਆਏਗਾ, ਤਾਂ 5 ਦੂਣੀ ਇੱਥੇ ਕੀ ਆ ਜਾਏਗਾ 10, 10 7 70। ਕੀ ਹੋਣਾ ਸੀ ਬੇਟਾ 10। ਹਾਂਜੀ ਬੇਟਾ ਨੈਕਸਟ ਕੁਐਸਚਨ ਹੈ, ਜੇਕਰ ਦੋ ਸੰਖਿਆਵਾਂ ਦਾ ਮੁਮਤ ਸਭਾਵਾ 2 ਅਤੇ ਲੱਲਾ ਸਭਾਵਾ 60 ਹੋਵੇ ਅਤੇ ਇੱਕ ਸੰਖਿਆ 20 ਹੋਵੇ ਤਾਂ ਦੂਸਰੀ ਸੰਖਿਆ ਕੀ ਹੋਏਗੀ। ਹੁਣ ਸਾਨੂੰ ਪਤਾ ਵੀ ਇਹਨਾਂ ਦੋਹਾਂ ਦਾ ਗੁਣਨਫਲ ਯਾਨੀ ਕਿ ਮੁਮਤ ਸਭਾ ਗੁਣਾ ਲੱਲਾ ਸਭਾਵਾ ਉਹ ਕਿਹਦੇ ਬਰਾਬਰ ਹੁੰਦਾ ਵੀ ਦੋ ਸੰਖਿਆਵਾਂ ਦਾ ਗੁਣਨਫਲ। ਦੂਸਰੀ ਨੂੰ ਅਸੀਂ ਐਕਸ ਮੰਨ ਲੈਂਦੇ ਹਾਂ, ਤਾਂ ਜਿਹੜਾ 20 ਇੱਧਰ ਗੁਣਾ ਚ ਇੱਧਰ ਆ ਕੇ ਕੀ ਹੋ ਜਾਊਗਾ ਭਾਗ ਦੇ ਵਿੱਚ। ਤਾਂ 20 ਏਕਮ 20, 20 ਤੀਆ 60, 2 ਤੀਏ 6, ਮਤਲਬ ਜਿਹੜੀ ਦੂਸਰੀ ਸੰਖਿਆ ਉਹ ਕਿੰਨੀ ਆਊਗੀ 6 ਆਊਗੀ। ਠੀਕ ਹੈ, ਕਿਉਂਕਿ ਆਪਣੇ ਕੋਲ ਫਾਰਮੂਲਾ ਹੁੰਦਾ HCF ਯਾਨੀ ਕਿ ਮੁਮਤ ਸਭਾਵਾ ਗੁਣਾ LCM ਬਰਾਬਰ ਦੋ ਸੰਖਿਆਵਾਂ ਦਾ ਗੁਣਨਫਲ। ਠੀਕ ਹੈ, ਨੈਕਸਟ ਕੁਐਸਚਨ ਹੈ ਸਾਡਾ, ਬਿਨਾਂ ਲੰਬੀ ਵੰਡ ਪ੍ਰਕਿਰਿਆ ਕਰਦਿਆਂ ਦੱਸੋ ਕਿ ਪ੍ਰਮੇਸ਼ ਸੰਖਿਆ 29/343 ਦਾ ਦਸ਼ਮਲਵ ਪ੍ਰਸਾਰ ਕਿਸ ਤਰ੍ਹਾਂ ਦਾ ਹੈ। ਪ੍ਰਮੇਸ਼ ਸੰਖਿਆ ਹੈਗੀ ਸਾਡੇ ਕੋਲ 29/343। ਜੇ ਅਸੀਂ P/Q ਦੀ ਫਾਰਮ 'ਚ ਲਿਖੀਏ ਤਾਂ Q ਸਾਡੇ ਕੋਲ ਬਣਦਾ 343। Q ਦੇ ਗੁਣਨਖੰਡ ਬਣਦੇ ਆ 749, 7/343। Q ਦੇ ਜਿਹੜੇ ਗੁਣਨਖੰਡ ਆ ਉਹ 7 ਦੀ ਘਾਤ ਦੇ ਵਿੱਚ ਬਣਦੇ ਆ ਬੇਟਾ, 7 ਦੇ ਰੂਪ ਦੇ ਵਿੱਚ ਬਣਦੇ ਆ, 2 ਜਾਂ 5 ਦੇ ਰੂਪ ਦੇ ਵਿੱਚ ਨਹੀਂ ਬਣਦੇ। ਜੇ 2 ਜਾਂ 5 ਦੇ ਰੂਪ ਵਿੱਚ ਬਣਦੇ ਹੁੰਦੇ ਤਾਂ ਇਹਦਾ ਦਸ਼ਮਲਵ ਵਿਸਥਾਰ ਕੀ ਹੋਣਾ ਸੀ ਸ਼ਾਂਤ। ਹੁਣ ਨਹੀਂ ਬਣਦੇ ਤਾਂ ਇਹਦਾ ਕੀ ਹੈ, ਕੀ ਹੋਊਗਾ ਪੁੱਤ ਦਸ਼ਮਲਵ ਵਿਸਥਾਰ ਅਸ਼ਾਂਤ ਆਵਰਤੀ। ਠੀਕ ਹੈ, ਸੌਖਾ ਹੀ ਸੀਗਾ। ਨੈਕਸਟ ਕੁਐਸਚਨ, ਪਾਈ ਇੱਕ ਡੈਸ਼ ਸੰਖਿਆ ਹੈ, ਕਿਹੜੀ ਸੰਖਿਆ ਹੈ ਪਾਈ ਅਪ੍ਰਮੇय ਸੰਖਿਆ ਹੈ। ਸਿੰਪਲੀ ਸੀ ਇਹ ਤਾਂ। ਇੱਕ ਗੈਰ ਸਿਫਰ ਪ੍ਰਮੇय ਸੰਖਿਆ ਤੇ ਅਪ੍ਰਮੇय ਸੰਖਿਆ ਦਾ ਜੋੜਫਲ ਕੀ ਹੁੰਦਾ ਵੀ ਗੈਰ ਸਿਫਰ ਮਤਲਬ ਸਿਫਰ ਨਾ ਹੋਵੇ ਪ੍ਰਮੇय ਸੰਖਿਆ ਤੇ ਇੱਕ ਅਪ੍ਰਮੇय ਸੰਖਿਆ ਹੋਵੇ, ਉਹਨਾਂ ਦਾ ਜੋੜਫਲ ਕੀ ਹੋਊਗਾ ਹਮੇਸ਼ਾ ਅਪ੍ਰਮੇय। ਅਸੀਂ ਕੋਈ ਵੀ ਲੈ ਲਈਏ 5 + √3, 5 ਪ੍ਰਮੇय ਹੈ, √3 ਜਿਹੜੀ ਅਪ੍ਰਮੇय ਹੈ, ਇਹਨਾਂ ਦਾ ਜਿਹੜਾ ਜੋੜ ਆ ਉਹ ਵੀ ਕਿਹੜੀ ਸੰਖਿਆ ਹੈ ਅਪ੍ਰਮੇय ਸੰਖਿਆ ਹੈ। ਕਿਸੇ ਬਹੁਪਦ PX ਦੇ ਦਿੱਤੇ ਆਲੇਖ ਤੋਂ ਸਿਫਰਾਂ ਦੀ ਗਿਣਤੀ ਦੱਸੋ ਵੀ ਕਿੰਨੀਆਂ ਸਿਫਰਾਂ ਨੇ ਇਹਦੇ ਵਿੱਚ। ਹੁਣ ਤੁਸੀਂ ਕੀ ਦੇਖਣਾ, ਇਹ ਦੇਖਣਾ ਵੀ ਐਕਸ ਧੁਰੇ ਨੂੰ ਇਹ ਜਿਹੜਾ ਆਲੇਖ ਹੈ ਗ੍ਰਾਫ ਸਾਡੇ ਕੋਲ ਬਣਿਆ ਹੋਇਆ ਉਹ ਕਿੰਨੀ ਵਾਰ ਕੱਟਦਾ ਵੀ ਐਕਸ ਧੁਰੇ ਨੂੰ। ਕਲੀਅਰਲੀ ਆਪਾਂ ਦੇਖ ਪਾ ਰਹੇ ਹਾਂ ਵੀ ਕਿੰਨੇ ਵਾਰ ਕੱਟਦਾ ਹੈ 2 ਵਾਰ। ਤੇ ਕਿੰਨੀ ਸਿਫਰਾਂ ਦੀ ਗਿਣਤੀ ਹੈ 2। ਇੱਕ ਦੋ ਭਾਤੀ ਬਹੁਪਦ ਦੇ ਸਿਫਰਾਂ ਦਾ ਜੋੜਫਲ -7 ਹੈ, ਸਿਫਰਾਂ ਦੀ ਗੁਣਾ 12 ਤਾਂ ਬਹੁਪਦ ਹੈ। ਬਹੁਪਦ ਕਿਵੇਂ ਲਿਖਦੇ ਹਾਂ x²। ਜੋੜਫਲ ਦੀ ਨਿਸ਼ਾਨੀ ਬਦਲ ਕੇ ਲਿਖਾਂਗੇ, ਜੇ -7 ਤਾਂ ਪਲੱਸ ਲਿਖਾਂਗੇ +7x, ਗੁਣਾ ਨੂੰ ਉਵੇਂ ਲਿਖਾਂਗੇ, ਗੁਣਾ ਕਿੰਨੀ ਹੈ 12। ਬਹੁਤ ਸੌਖਾ ਬੇਟਾ ਲਿਖਣਾ ਇਹ। ਪਹਿਲਾਂ ਲਿਖੋ ਤੁਸੀਂ x ਦੀ 2, ਉਸ ਤੋਂ ਬਾਅਦ ਜਿੰਨਾ ਜੋੜ ਦਿੱਤਾ ਉਹਦੀ ਨਿਸ਼ਾਨੀ ਬਦਲ ਦਿਓ, ਜੇ ਪਲੱਸ ਦਾ ਤਾਂ ਮਾਈਨਸ ਕਰ ਦਿਓ, ਜੇ ਮਾਈਨਸ ਆ ਤਾਂ ਪਲੱਸ ਕਰ ਦਿਓ। ਠੀਕ ਹੈ, ਉਹਦੇ ਨਾਲ x ਲਾਵਾਂਗੇ ਯਾਨੀ ਕਿ ਇੱਥੇ ਜਿਵੇਂ ਅਸੀਂ ਲਿਖਿਆ ਪਲੱਸ ਦਾ 7x, ਐਂਡ 'ਤੇ ਗੁਣਾ ਜਿੰਨੀ ਵੀ ਹੈ ਪਲੱਸ ਦੀ ਹੈ ਤਾਂ ਪਲੱਸ ਦੀ, ਜੇ ਗੁਣਾ ਮਾਈਨਸ ਦੀ ਹੈ ਤਾਂ ਮਾਈਨਸ ਦੀ। ਤਾਂ ਸਾਡੇ ਕੋਲ B ਆਪਸ਼ਨ ਹੈ ਜਿਹੜੀ ਸਹੀ ਆਊਗੀ। AX ਦੀ 3 + BX + C ਬਹੁਪਦ ਦੀ ਘਾਤ ਕਿੰਨੀ ਹੈ। ਕਿੰਨੀ ਘਾਤ ਆ ਬੇਟਾ, ਇੱਥੇ ਲਿਖਿਆ ਹੋਇਆ AX ਦੀ 3, ਵੱਧ ਤੋਂ ਵੱਧ ਘਾਤ ਇੱਥੇ ਕਿੰਨੀ ਲਿਖੀ ਹੈ 3 ਲਿਖੀ ਹੋਈ ਹੈ, ਅਤੇ ਬਹੁਪਦ ਦੀ ਘਾਤ ਕਿੰਨੀ ਹੈ 3। ਜੇਕਰ ਦੋ ਘਾਤੀ ਬਹੁਪਦ x ਦੀ 2 -5 + AX + 10 ਦੇ ਸਿਫਰ 2 ਅਤੇ 5 ਹੋਣ ਤਾਂ ਇਹਦਾ ਮੁੱਲ ਕਿੰਨਾ। ਚਲੋ 5 + A ਆ ਜਿਹੜਾ ਉਹ ਕੀ 'ਚ ਆ ਰਿਹਾ ਜੋੜਫਲ ਦੇ ਵਿੱਚ। ਹੁਣ ਜੋੜਫਲ ਦੇ ਵਿੱਚ ਅਸੀਂ ਨਿਸ਼ਾਨੀ ਇੱਥੇ ਮਾਈਨਸ ਦੀ ਅਸੀਂ ਨਿਸ਼ਾਨੀ ਬਦਲਾਂਗੇ, ਮਤਲਬ ਪਲੱਸ ਦੀ ਕਰ ਦਾਂਗੇ, ਇਹ ਕੀ ਰਹਿ ਜਾਊਗਾ 5 + A। ਜੋੜਫਲ ਆਪਾਂ ਨੂੰ ਕਿੰਨਾ ਦਿੱਤਾ 2 ਤੇ 5 7, ਇੰਨਾ ਹੀ ਹੈ ਨਾ। ਸਿਫਰਾਂ ਦਾ ਜੋੜ 2 ਤੇ 5 ਦਾ ਜੋੜ 7 ਕਰਾਂਗੇ, ਇਹਨੂੰ 7 ਦੇ ਬਰਾਬਰ ਰੱਖ ਦਾਂਗੇ। ਇਹ ਕਿੰਨਾ ਆ ਜਾਊਗਾ 7 ਦੇ ਵਿੱਚੋਂ 5 ਮਾਈਨਸ ਕਰ ਦਿਓ, ਇਹ ਹੈ ਜਿਹੜਾ ਕਿੰਨਾ ਆ ਜੂ ਪੁੱਤ 2 ਆ ਜੂਗਾ। ਠੀਕ ਹੈ, B ਆਪਸ਼ਨ। ਦਿੱਤੇ ਗਏ ਬਹੁਪਦ FFX x - 2 ਦੀ ਕਿਊਬ -x³ ਦੇ ਸਿਫਰਾਂ ਦੀ ਗਿਣਤੀ। ਅਗਰ ਅਸੀਂ ਇਹਨੂੰ ਖੋਲਾਂਗੇ A - B ਦੀ 3 ਨੂੰ, ਤਾਂ ਜਦੋਂ ਅਸੀਂ ਇਹਨੂੰ ਖੋਲਾਂਗੇ ਤਾਂ x ਦੀ ਘਾਤ 3 ਵੀ ਆਊਗੀ, ਤਾਂ ਜਿਹੜੀ x ਦੀ ਘਾਤ 3 ਆ ਇਸ x ਦੀ ਘਾਤ 3 ਨਾਲ ਕੈਂਸਲ ਹੋ ਜੂਗਾ ਕਿਉਂਕਿ ਮਾਈਨਸ ਦੀ ਹੈ। ਮਤਲਬ ਜਿਹੜਾ ਸਾਡੇ ਕੋਲ ਬਾਅਦ ਦੇ ਵਿੱਚ ਬਹੁਪਦ ਬਚੂਗਾ ਉਹ x ਦੀ ਘਾਤ 2 ਦੇ ਵਿੱਚ ਬਚੂਗਾ। ਤਾਂ ਪਾਵਰ ਵੱਧ ਤੋਂ ਵੱਧ ਘਾਤ ਕਿੰਨੀ ਹੋਊਗੀ 2,
ਤਾਂ ਵੱਧ ਤੋਂ ਵੱਧ ਸਿਫਰਾਂ ਕਿੰਨੀਆਂ ਹੋਣਗੀਆਂ 2। ਠੀਕ ਹੈ, ਬੀ ਆਪਸ਼ਨ ਸਹੀ ਆਊਗੀ। ਸਮੀਕਰਨ 3x ਮਾਈਨਸ ਵਾਈ ਬਰਾਬਰ 12, 5x ਮਾਈਨਸ 7y ਬਰਾਬਰ 3 ਦੇ ਕਿੰਨੇ ਹੱਲ ਨੇ? ਤਾਂ 3x ਮਾਈਨਸ ਵਾਈ ਬਰਾਬਰ 12 ਦੇ, 5x ਮਾਈਨਸ 7y ਬਰਾਬਰ 3 ਦੇ। ਪਹਿਲਾਂ ਅਸੀਂ ਕੱਢਾਂਗੇ a1 ਬਟਾ a2, ਫਿਰ ਅਸੀਂ ਕੱਢਾਂਗੇ b1 ਬਟਾ b2। ਚਲੋ a1 ਬਟਾ a2 ਮਤਲਬ ਜਿਹੜੇ x ਨਾਲ ਲੱਗੇ ਨੇ, ਕਿੰਨਾ ਆ ਗਿਆ 3 ਬਟਾ 5। ਹੁਣ ਜਿਹੜੇ y ਨਾਲ ਲੱਗੇ ਆ ਮਾਈਨਸ 1 ਬਟਾ ਮਾਈਨਸ 7, ਅਤੇ 3 ਬਟਾ 5 ਆ 1 ਬਟਾ 7, ਇਹ ਆਪਸ ਦੇ ਵਿੱਚ ਬਰਾਬਰ ਨਹੀਂ, ਮਤਲਬ a1 ਬਟਾ a2 ਬਰਾਬਰ ਨਹੀਂ ਹੈਗਾ b1 ਬਟਾ b2 ਦੇ। ਅਗਰ ਇਹ ਕੰਡੀਸ਼ਨ ਆ ਜਾਂਦੀ ਹੈ ਵੀ ਪਹਿਲੇ ਦੋ ਆ ਜਿਹੜੇ ਉਹ ਬਰਾਬਰ ਨਹੀਂ ਹੁੰਦੇ, ਤਾਂ ਜਿਹੜੀਆਂ ਸਮੀਕਰਨਾਂ ਬਣਦੀਆਂ, ਰੇਖਾਵਾਂ ਬਣਦੀਆਂ ਨੇ, ਉਹ ਬਣਦੀਆਂ ਨੇ ਕਾਟਵੀਆਂ ਰੇਖਾਵਾਂ, ਅਤੇ ਉਹਨਾਂ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ। ਤਾਂ ਇਸਦੇ ਕਿੰਨੇ ਹੱਲ ਨੇ ਵੀ? ਇੱਕ ਹੱਲ। ਜੇਕਰ ਕਿਸੇ ਦੋ ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਜੋੜ 9 ਹੈ, ਤਾਂ ਜੇਕਰ ਇਸ ਸੰਖਿਆ ਵਿੱਚ 27 ਜੋੜਿਆ ਜਾਵੇ ਤਾਂ ਇਸ ਸੰਖਿਆ ਦੇ ਅੰਕ ਬਦਲ ਜਾਂਦੇ ਹਨ। ਇਸ ਪ੍ਰਸਥਿਤੀ ਤੋਂ ਬਣੀ ਇੱਕ ਸਮੀਕਰਨ ਹੈ। ਆ ਇੱਥੋਂ ਹੀ ਬਣ ਜਾਂਦੀ ਹੈ। ਜੇ ਅਸੀਂ ਇਕਾਈ ਵਾਲੇ ਨੂੰ ਇੱਕ x ਲੈ ਲਈਏ, ਦਹਾਈ ਵਾਲੇ ਨੂੰ y ਲੈ ਲਈਏ, ਤਾਂ x ਪਲੱਸ y ਇਹਦੇ ਅੰਕਾਂ ਦਾ ਜੋੜ ਕਿੰਨਾ ਹੈ? 9 ਹੈ। ਤਾਂ ਆਹੀ ਸਮੀਕਰਨ ਬਣਦੀ ਹੈ ਇਹਦੇ ਵਿੱਚ, ਬੀ ਆਪਸ਼ਨ, x ਪਲੱਸ y ਬਰਾਬਰ 9। ਠੀਕ ਹੈ। ਜੇਕਰ ਦੋ ਰੇਖੀ ਸਮੀਕਰਨਾਂ ਦੇ ਜੋੜੇ ਦਾ ਆਲੇਖ ਆ ਜਿਹੜਾ ਉਹ ਆਪਸ ਵਿੱਚ ਕੱਟੇ, ਠੀਕ ਹੈ, ਆਪਸ ਵਿੱਚ ਕੱਟਣ, ਤਾਂ ਉਹ ਸਮੀਕਰਨਾਂ ਕੀ ਹੋਣਗੀਆਂ? ਸੰਪਾਤੀ। ਆਪਾਂ ਨੂੰ ਜੋੜਾ ਪੁੱਛ ਰਹੇ ਨੇ ਵੀ ਜੇ ਆਪਸ ਵਿੱਚ ਕੱਟ ਰਹੀਆਂ ਨੇ ਤਾਂ ਸਮੀਕਰਨਾਂ ਦਾ ਜੋੜਾ ਕੀ ਹੋਏਗਾ? ਸੰਗਤ ਜੋੜਾ ਹੋਏਗਾ। ਠੀਕ ਹੈ। ਸਮੀਕਰਨ x ਬਰਾਬਰ 6 ਅਤੇ y ਬਰਾਬਰ 6 ਦੇ ਹੱਲ ਹੋਣਗੇ। ਕੀ ਹੱਲ ਹੋਏਗਾ ਵੀ? ਇੱਕ ਹੱਲ। ਹੁਣ ਸਾਡਾ ਬਿੰਦੂ ਹੁੰਦਾ ਜਿਹੜਾ ਹੱਲ ਵਾਲਾ, ਉਹ ਲਿਖਦੇ ਅਸੀਂ x y, x ਸਾਡੇ ਕੋਲ 6 ਆ, y ਸਾਡੇ ਕੋਲ 5 ਆ। ਇਹ ਹੱਲ ਆ ਇਹਦਾ 6 5 ਵੀ, ਇੱਕ ਵਿਲੱਖਣ ਹੱਲ। ਇੱਥੇ ਫਿਰ ਅਸੀਂ a1 ਬਟਾ a2 ਅਤੇ b1 ਬਟਾ b2 ਕੱਢਦੇ ਹਾਂ। x ਵਾਲੇ ਕਿੰਨੇ ਨੇ ਵੀ? 3 ਬਟਾ 2, y ਵਾਲੇ ਮਾਈਨਸ 5 ਬਟਾ 3 ਬਰਾਬਰ ਨਹੀਂ ਹੈਗੇ, ਮਤਲਬ a1 ਬਟਾ a2 ਬਰਾਬਰ ਨਹੀਂ ਹੈਗਾ b1 ਬਟਾ b2 ਦੇ। ਅਗਰ ਇਹ ਬਰਾਬਰ ਨਹੀਂ ਹੈਗਾ ਤਾਂ ਰੇਖਾਵਾਂ ਕਿਹੜੀਆਂ ਨੇ? ਕਾਟਵੀਆਂ, ਮਤਲਬ ਇੱਕ ਵਿਲੱਖਣ ਹੱਲ। ਚੱਕਰ ਦੀ ਸਪਰਸ਼ ਰੇਖਾ ਇਸ ਨੂੰ ਇੱਕ ਬਿੰਦੂ 'ਤੇ ਕੱਟਦੀ ਹੈ। ਪਹਿਲੀ ਆਪਸ਼ਨ ਸਹੀ ਆਊਗੀ। ਚਿੱਤਰ ਵਿੱਚ ਜੇਕਰ R ਅਤੇ Q ਸਪਰਸ਼ ਬਿੰਦੂ ਹਨ ਤਾਂ ਕਿਹੜਾ ਸਹੀ ਹੈ? ਤਾਂ PQ ਬਰਾਬਰ PR ਸਹੀ ਹੈ, ਕਿਉਂਕਿ ਚੱਕਰ ਦੀਆਂ ਸਪਰਸ਼ ਰੇਖਾਵਾਂ ਨੇ ਬਰਾਬਰ ਹੋਣਗੀਆਂ। ਕੋਣ PQO, ਆਹ ਵਾਲਾ ਕੋਣ 90 ਹੋਊਗਾ। ਇਹ ਵੀ ਅਸੀਂ ਕੀਤਾ ਹੋਇਆ ਸਾਡੇ ਮੈਥ ਦੇ ਵਿੱਚ ਥਿਓਰਮ ਹੈ 10.1। ਠੀਕ ਹੈ, ਇਹ ਵੀ ਸਹੀ ਹੈ। ਜਿਹੜੀਆਂ ਦੋ ਤ੍ਰਿਭੁਜਾਂ ਬਣ ਗਈਆਂ ਕਹਿੰਦੇ ਸਰਬੰਗ ਸਮੂਹ ਆ, ਇਹ ਵੀ ਸਹੀ ਹੈ, ਕਿਉਂਕਿ ਅਸੀਂ ਜਿਹੜੀ 10.2 ਥਿਓਰਮ ਪ੍ਰੂਵ ਕਰਦੇ ਹਾਂ ਉਹਦੇ ਵਿੱਚ ਅਸੀਂ ਕਰਦੇ ਹਾਂ ਇਹ। ਠੀਕ ਹੈ, ਉਹਨਾਂ ਨੂੰ ਸਰਬੰਗ ਸਮ ਪ੍ਰੂਵ ਕਰਦੇ ਹਾਂ। ਲਾਸਟ ਆਪਸ਼ਨ ਆ ਜਿਹੜੀ ਉਹ ਸਹੀ ਨਹੀਂ ਹੈ। PQ ਆ ਜਿਹੜਾ ਕਹਿੰਦੇ ਵੱਡਾ ਹੈ PO ਤੋਂ। ਠੀਕ ਹੈ, PQ ਇਹ ਵਾਲਾ ਇਹ ਤੋਂ ਵੱਡਾ ਨਹੀਂ ਹੈ। ਠੀਕ ਹੈ, ਤਾਂ ਇਹ ਸਹੀ ਨਹੀਂ ਹੈ। ਅਸੀਂ ਇਹ ਦੱਸਣਾ ਸੀ ਵੀ ਕਿਹੜਾ ਸਹੀ ਨਹੀਂ ਹੈ। ਠੀਕ ਹੈ, ਇੱਥੇ ਗਲਤੀ ਹੈ ਥੋੜ੍ਹੀ ਜਿਹੀ। ਨੈਕਸਟ ਕੁਐਸਚਨ ਹੈ ਸਾਡਾ, ਚੱਕਰ ਦੀ ਸਪਰਸ਼ ਰੇਖਾ ਸਪਰਸ਼ ਬਿੰਦੂ ਤੇ ਚੱਕਰ ਦੇ ਅਰਧ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦੀ ਹੈ ਬੇਟਾ? 90। ਇਹ ਹੁਣੀ ਦੱਸ ਕੇ ਹਟੇ ਹਾਂ ਵੀ ਕਿੰਨੇ ਡਿਗਰੀ ਦਾ ਕੋਣ ਬਣਾਉਂਦੀ ਹੈ? 90 ਡਿਗਰੀ ਦਾ। ਇੱਕ ਬਿੰਦੂ P ਤੋਂ ਚੱਕਰ ਤੇ ਸਪਰਸ਼ ਰੇਖਾ ਦੀ ਲੰਬਾਈ 12 ਸੈਂਟੀਮੀਟਰ ਹੈ। P ਦੀ ਕੇਂਦਰ ਤੋਂ ਦੂਰੀ 13 ਸੈਂਟੀਮੀਟਰ ਹੈ। ਚੱਕਰ ਦਾ ਅਰਧ ਵਿਆਸ ਹੈ। ਆਪਾਂ ਬਣਾਉਂਦੇ ਹਾਂ ਬੇਟਾ, ਇਹਨੂੰ ਹੀ ਆਪਾਂ P, ਇਹਨੂੰ O ਲੈ ਲਓ, ਇਹਨੂੰ B ਲੈ ਲਓ, ਚਲੋ ਇਹਨੂੰ A ਲੈ ਲੈਂਦੇ ਹਾਂ। ਠੀਕ ਹੈ, ਤਾਂ ਜਿਹੜੀ ਕੇਂਦਰ ਤੋਂ ਦੂਰੀ ਆ ਉਹ ਹੈਗੀ ਆ 13, ਇਹ ਜੀ 12। ਆਹ ਅਸੀਂ ਪਤਾ ਕਰਨਾ OB। ਠੀਕ ਹੈ, ਤਾਂ OB ਇਹ ਇੱਕ ਸਮਕੋਣ ਤ੍ਰਿਭੁਜ ਬਣ ਗਈ। B ਤੇ ਕੋਣ 90 ਬਣੂਗਾ। OB ਦਾ ਵਰਗ ਆ ਜਿਹੜਾ ਉਹ ਕਰਨ ਦੇ ਵਰਗ 'ਚੋਂ ਘਟਾ ਕੇ ਬਣੂ, ਮਤਲਬ 13 ਦੇ ਵਰਗ 'ਚੋਂ 12 ਦਾ ਵਰਗ ਘਟਾ ਕੇ ਬਣੂਗਾ। 13 ਦਾ ਵਰਗ ਕਰਾਂਗੇ 169, 12 ਦਾ ਵਰਗ ਕਰਾਂਗੇ 144, ਘਟਾ ਕਰਾਂਗੇ ਕਿੰਨਾ ਆ ਜਾਊਗਾ 25। OB ਦਾ ਵਰਗ ਆ ਜਿਹੜਾ 25 ਆ, ਤਾਂ OB ਜਿਹੜਾ ਕਿ ਚੱਕਰ ਦਾ ਅਰਧ ਵਿਆਸ ਕਿੰਨਾ ਹੋਊਗਾ? 5 ਸੈਂਟੀਮੀਟਰ, ਕਿਉਂਕਿ 5 5 ਕਿੰਨੇ ਹੁੰਦੇ ਆ? 25। C ਆਪਸ਼ਨ। ਨੈਕਸਟ,
ਵਾਈ ਧੁਰੇ ਤੇ ਸਥਿਤ ਕਿਸੇ ਬਿੰਦੂ ਦਾ ਭੁਜ ਹੋਏਗਾ। ਵਾਈ ਧੁਰੇ ਤੇ ਸਥਿਤ ਐਕਸ ਦਾ ਕੋਆਰਡੀਨੇਟ ਕੀ ਹੁੰਦਾ? 0। ਵਾਈ ਧੁਰੇ ਤੇ ਭੁਜ ਕਿੰਨਾ ਹੋਏਗਾ? 0। ਐਕਸ ਧੁਰੇ ਤੇ ਕੋਟੀ 0, ਵਾਈ ਧੁਰੇ ਤੇ ਭੁਜ 0। ਨੈਕਸਟ, ਨਿਰਦੇਸ਼ਾਂਕ ਏ ਅਤੇ ਬੀ ਦਿੱਤੇ ਹੋਏ ਆ, ਇਹਨਾਂ ਦਾ ਕਹਿੰਦੇ ਮੱਧ ਬਿੰਦੂ ਪਤਾ ਕਰੋ। ਤਾਂ ਐਕਸ ਵਾਲਿਆਂ ਦਾ ਜੋੜ ਕਰਕੇ 2 ਨਾਲ ਭਾਗ, ਵਾਈ ਵਾਲਿਆਂ ਦਾ ਜੋੜ ਕਰਕੇ ਵੀ 2 ਨਾਲ ਭਾਗ। 4 ਤੇ 6 10, 10 ਬਟਾ 2, ਇੱਥੇ 6 ਬਟਾ 2। 10 ਨੂੰ 2 ਨਾਲ ਭਾਗ ਕਰਾਂਗੇ 5 ਆ ਜਾਊਗਾ, 6 ਨੂੰ 2 ਨਾਲ ਕਰਾਂਗੇ 3। ਪਹਿਲੀ ਆਪਸ਼ਨ ਹੈ ਜਿਹੜੀ ਸਾਡੀ ਸਹੀ ਹੈ ਜੀ। ਪ੍ਰਸ਼ਨ ਹੈ ਸਾਡਾ, ਨਿਰਦੇਸ਼ਾਂਕ ਏ ਬੀ ਅਤੇ 0 1 ਵਿਚਕਾਰਲੀ ਦੂਰੀ ਪਤਾ ਕਰੋ। ਹੁਣ ਦੂਰੀ ਸਾਨੂੰ ਪਤਾ ਹੈ ਵੀ ਐਕਸ ਵਾਲੇ ਦੇ ਵਿੱਚੋਂ ਐਕਸ ਵਾਲਾ ਘਟਾ ਕੇ ਉਹਦਾ ਸਕੇਅਰ ਕਰ ਦਿਓ, ਵਾਈ ਵਾਲੇ 'ਚੋਂ ਵਾਈ ਵਾਲਾ ਘਟਾ ਕੇ ਉਹਦਾ ਸਕੇਅਰ ਕਰ ਦਿਓ। ਮਤਲਬ ਏ ਦੇ ਵਿੱਚੋਂ 0 ਘਟਾ ਕੇ ਸਕੇਅਰ ਕਰਾਂਗੇ, ਮਤਲਬ ਏ ਸਕੇਅਰ ਹੀ ਆ ਜਾਊਗਾ, ਪਲੱਸ ਬੀ ਦੇ ਵਿੱਚੋਂ ਕਿੰਨਾ ਘਟਾਉਣਾ ਪੁੱਤ ਆਪਾਂ? 1, ਤਾਂ ਇਹ ਆਊਗਾ ਏ ਸਕੇਅਰ ਪਲੱਸ ਬੀ ਮਾਈਨਸ 1 ਸਕੇਅਰ ਇਟਸ ਹੋਲ ਵਰਗਮੂਲ, ਮਤਲਬ ਪਹਿਲੀ ਆਪਸ਼ਨ ਆ ਜੂਗੀ। ਠੀਕ ਹੈ। ਨੈਕਸਟ ਕੁਐਸਚਨ ਹੈ, ਬਿੰਦੂ P 0 1 Q 1 0 ਅਤੇ R 1 1 ਦੁਆਰਾ ਬਣੀ ਤ੍ਰਿਭੁਜ ਦਾ ਖੇਤਰਫਲ ਕੀ ਹੋਊਗਾ? 0 1 1 0 1 1, ਇਹ ਸਾਡਾ ਹੈਗਾ x1 y1, ਇਹ x2 y2, ਇਹ x3 y3। ਤ੍ਰਿਭੁਜ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ? 1/2 x1। ਜਦੋਂ ਅਸੀਂ x1 ਲਿਖਤਾ ਉਦੋਂ ਅਸੀਂ 1 ਵਾਲਾ ਨਹੀਂ ਲਿਖਾਂਗੇ, ਤਾਂ ਅਸੀਂ ਲਿਖਾਂਗੇ y2 ਮਾਈਨਸ y3 ਪਲੱਸ x2। ਜਦੋਂ ਅਸੀਂ ਲਿਖਤਾ ਉਦੋਂ ਅਸੀਂ ਲਿਖਾਂਗੇ y3 ਮਾਈਨਸ y1। ਉਸ ਤੋਂ ਬਾਅਦ x3 y1 ਮਾਈਨਸ y2। ਠੀਕ ਹੈ, ਚਲੋ 1/2 x1 0 ਆ ਤਾਂ ਸਾਰਾ 0 ਹੋ ਜੂ, ਆ ਤਾਂ ਖਤਮ ਹੀ ਹੋ ਗਿਆ। x2 1 y3 ਮਾਈਨਸ y1, y3 ਕਿੰਨਾ 1, y1 ਵੀ 1, ਤਾਂ 1 ਮਾਈਨਸ 1 ਇਹ ਵੀ 0 ਹੀ ਹੋ ਜੂਗਾ। ਚਲੋ ਬਾਅਦ 'ਚ ਕਰਦੇ ਹਾਂ। x3 ਕਿੰਨਾ 1, y1 ਕਿੰਨਾ 1, y2 ਕਿੰਨਾ 0। ਠੀਕ ਹੈ, ਆ ਤਾਂ 0 ਹੀ ਹੋ ਗਿਆ ਕਿਉਂਕਿ 1 ਚੋਂ ਕੱਢਾਂਗੇ 0 ਆ ਜੂ, ਤਾਂ ਪਹਿਲੀ ਟਰਮ 0, ਮਤਲਬ 1/2 ਆ ਜੂਗਾ। 1 ਨੂੰ 1 ਨਾਲ ਕਰਾਂਗੇ 1 ਆ ਜੂਗਾ, ਮਤਲਬ ਆ ਜੂਗਾ 1/2, ਯਾਨੀ ਕਿ 0.5 ਵਰਗ ਇਕਾਈਆਂ, ਅੱਧਾ। ਠੀਕ ਹੈ, ਖੇਤਰਫਲ ਕਿੰਨਾ ਆ ਜੂਗਾ? 0.5 ਵਰਗ ਇਕਾਈਆਂ, ਪਹਿਲੀ ਆਪਸ਼ਨ। ਨੈਕਸਟ ਕੁਐਸਚਨ ਹੈ, ਬਿੰਦੂਆਂ 1 1 3 2 2 ਮਾਈਨਸ 7 ਦੁਆਰਾ ਬਣੀ ਤ੍ਰਿਭੁਜ ਦੇ ਕੇਂਦਰਕ ਦਾ ਭੁਜ ਹੈ। ਮਤਲਬ ਪਹਿਲਾ ਬਿੰਦੂ ਐਕਸ ਵਾਲਾ ਬਿੰਦੂ, ਤਾਂ ਐਕਸ ਵਾਲਾ ਬਿੰਦੂ ਕਿਵੇਂ ਨਿਕਲੂਗਾ? ਭੁਜ ਜਿਹਨੂੰ ਅਸੀਂ ਬੋਲਦੇ ਹਾਂ ਐਕਸ ਵਾਲੇ ਸਾਰਿਆਂ ਦਾ ਜੋੜ ਕਰਕੇ 3 ਨਾਲ ਕੀ ਕਰ ਦਾਂਗੇ? ਭਾਗ। ਤਾਂ 1 ਤੇ 3 4 ਤੇ 2 6/3, ਯਾਨੀ ਕਿ 2। 6 ਨੂੰ 3 ਨਾਲ ਭਾਗ ਕਰਾਂਗੇ ਕਿੰਨਾ ਆ ਜਾਊਗਾ? 2। ਤਾਂ ਕਿੰਨਾ ਭੁਜ ਹੈ ਕੇਂਦਰਕ ਦਾ? 2 ਹੈ। ਠੀਕ ਹੈ ਬੇਟਾ, ਜੇ ਸਾਈਨ ਇਹ 4/5 ਹੈ ਤਾਂ ਕੌਸ ਇਹ ਕਿੰਨਾ ਹੋਊਗਾ? 3/5, ਕਿਉਂਕਿ ਸਾਈਨ ਇਹ 4/5 ਹੈ, ਮਤਲਬ ਲੰਬ ਵਟਾ ਕਰਨ ਹੁੰਦਾ 4k/5k। ਅਸੀਂ ਜੇ ਤ੍ਰਿਭੁਜ ਬਣਾ ਕੇ ਕਰਾਂਗੇ ਹੱਲ ਇਹਨੂੰ, ਠੀਕ ਹੈ, ਏ ਲੈ ਲਓ, ਇੱਥੇ B, ਇੱਥੇ C, ਤਾਂ ਇਹ ਲੰਬ ਹੋ ਗਿਆ। ਤਾਂ ਲੰਬ ਵਟਾ ਕਰਨ ਮਤਲਬ 4k/ਕਰਨ 5k। ਜਦੋਂ ਅਸੀਂ ਪਾਈਥਾਗੋਰਸ ਨਾਲ ਕੱਢਾਂਗੇ 3k ਆ ਜਾਊਗਾ। ਹੁਣ ਕੌਸ ਇਹ ਕਿਹਦੇ ਬਰਾਬਰ ਹੁੰਦਾ? ਕੌਸ ਥੀਟਾ ਕਿਹਦੇ ਬਰਾਬਰ ਹੁੰਦਾ? ਆਧਾਰ ਵਟਾ ਕਰਨ, ਮਤਲਬ 3k/ਕਰਨ 5k। 3k ਨਾਲ k ਕੈਂਸਲ, ਮਤਲਬ 3/5, ਲਾਸਟ ਆਪਸ਼ਨ। ਜੇਕਰ ਸਮਕੋਣੀ ਤ੍ਰਿਕੋਣ ਵਿੱਚ ABC ਦੇ ਵਿੱਚ ਸਾਈਨ ਏ ਐਕਸ ਹੋਵੇ ਤਾਂ ਕੌਸ ਏ ਦਾ ਮੁੱਲ ਪਹਿਲਾਂ ਦੀ ਤਰ੍ਹਾਂ ਹੀ ਕਰਾਂਗੇ, ਪਹਿਲਾਂ ਜਿਵੇਂ ਅਸੀਂ ਕੀਤਾ ਹੈ ABC। ਹੁਣ ਸਾਈਨ ਏ ਐਕਸ ਹੋਵੇ, x/1 ਆ, ਮਤਲਬ ਕਰਨ 1 ਹੈ। ਜੇ ਅਸੀਂ ਕਹ ਲਈਏ ਇਹਨੂੰ kx ਲੈ ਲਓ, ਸਿੱਧਾ ਹੀ ਲੈ ਲੈਂਦੇ, ਚਲੋ ਸਿੰਪਲ। ਇਹਨੂੰ ਜੇ ਅਸੀਂ x ਲੈ ਲਈਏ ਇਹਨੂੰ 1 ਲਵਾਂਗੇ, ਕਿਉਂਕਿ ਲੰਬ ਵਟਾ ਕਰਨ ਦੇ ਬਰਾਬਰ ਹੁੰਦਾ ਸਾਈਨ ਥੀਟਾ x/1, ਮਤਲਬ x। cos ਥੀਟਾ ਪਹਿਲਾਂ ਉਹਦੇ ਲਈ ਆਧਾਰ ਕੱਢਣਾ ਪਊਗਾ, AB। ਆਧਾਰ ਕਿਹਦੇ ਬਰਾਬਰ ਆ ਜਾਊਗਾ? AB। ਇੱਕ ਦੇ ਵਿੱਚੋਂ ਦੂਸਰੇ ਦਾ ਵਰਗ ਅਸੀਂ ਘਟਾ ਦਾਂਗੇ, 1 ਮਾਈਨਸ ਐਕਸ ਸਕੇਅਰ ਆ ਜਾਊਗਾ AB। ਠੀਕ ਹੈ, ਤਾਂ ਜੇ ਅਸੀਂ cos A ਕੱਢਣਾ ਤਾਂ ਉਹ ਆਊਗਾ ਆਧਾਰ ਵਟਾ ਕਰਨ, ਯਾਨੀ ਕਿ 1 ਮਾਈਨਸ ਐਕਸ ਸਕੇਅਰ ਕਰਨਾ ਸਾਡਾ 1 ਹੀ ਹੈ, ਤਾਂ ਇੰਨਾ ਹੀ ਆ ਜਾਊਗਾ। ਇਹ ਆਉਣੀ ਸੀ ਇਹਦੇ ਲਈ ਸਕੁਆਇਰ ਰੂਟ ਆਫ 1 ਮਾਈਨਸ ਐਕਸ ਸਕੁਆਇਰ, ਜਿਹੜਾ ਕਿ ਆਪਸ਼ਨਾਂ ਦੇ ਵਿੱਚ ਨਹੀਂ ਹੈ, ਤਾਂ ਇਹ ਸਾਰੀਆਂ ਆਪਸ਼ਨਾਂ ਗਲਤ ਨੇ। ਠੀਕ ਹੈ ਬੇਟਾ, ਨੈਕਸਟ ਕੁਐਸਚਨ ਹੈ, tan 65 cot 25, tan 65 cot 25 ਡਿਗਰੀ
ਤਾਂ ਇੱਕ ਨੂੰ ਅਸੀਂ 90 ਡਿਗਰੀ 'ਤੇ ਘੁਮਾ ਕੇ ਬਦਲ ਦਾਂਗੇ। ਟੈਨ 65 ਨੂੰ ਕਿਵੇਂ ਲਿਖ ਸਕਦੇ ਹਾਂ ਅਸੀਂ 90 ਮਾਈਨਸ 25 ਥੱਲੇ cot 25 ਟੈਨ 90 ਮਾਈਨਸ ਥੀਟਾ ਕਿਹਦੇ ਬਰਾਬਰ ਹੁੰਦਾ cot ਥੀਟਾ ਦੇ cot 25 ਬਣ ਜੂ ਉੱਪਰ ਵੀ cot 25 ਨੀਚੇ ਤਾਂ ਪਹਿਲਾਂ ਵੀ ਪਿਆ ਹੀ ਹੈ ਤਾਂ ਕਿੰਨਾ ਆ ਜੂ ਕੱਟ ਕੇ 1 ਠੀਕ ਹੈ ਕਿੰਨਾ ਉੱਤਰ ਆ ਜੂਗਾ ਵੀ 1 ਅੱਗੇ 1 ਪਲੱਸ ਟੈਨ ਏ ਪਲੱਸ ਸੀਕੈਂਟ ਏ 1 ਪਲੱਸ cot ਏ ਮਾਈਨਸ ਕੋਸੀਕੈਂਟ ਏ ਦਾ ਮੁੱਲ ਕਿੰਨਾ ਹੈ ਤਾਂ ਇਹ ਵੀ ਦੇਖੋ 1 ਪਲੱਸ ਟੈਨ ਏ प्लस सीकेंट ए 1 प्लस cot ए माइनस कोसिकेंट ए तो खोल दो। तो अगर आप इनू खोलीए पहला असी 1 प्लस टैन ए क्योंकि लिखांगे साइन ए बटा कॉस ए कॉस सीकेंट ए नू की लिखांगे 1 बटा कॉस ए अगे फिर 1 प्लस cot ए नू की लिखांगे cos ए बटा साइन ए क्योंकि cot ए cos बटा साइन होंगे माइनस कोसिकेंट 1 बटा साइन ए ठीक है जी जे असी cos ए एलसीएम लै लीए नीचे तो साढ़े को बन जूगा इत्थे बन जूगा cos ए इत्थे बन जूगा साइन ए क्योंकि cos थल्ले पिया ही है प्लस 1 cos ए प्लस साइन ए प्लस 1 एलसीएम लैके हल किया दूसरे पासे फिर जो असी साइन ए एलसीएम लै लीए साढ़े को बनूगा साइन ए प्लस कॉस ए माइनस का 1 तो अगर असी इन्होंने मल्टीप्लाई कर दिया नीचे की बन जूगा बेटा साइन ए बटा कॉस ए ठीक है साइन ए बटा कॉस ए नीचे बन गया एलसीएम दोनों का तो इतने बन गया ए प्लस बी मतलब साइन ए प्लस कॉस ए प्लस 1 ए माइनस बी साइन ए कॉस ए प्लस माइनस 1 आ साडा ए बन गया देखो बेटा आ जी सारी रकम है ये ए बन गई तो ए प्लस बी ए माइनस बी ए स्क्वायर माइनस बी स्क्वायर ठीक है मैं ऊपर सीधा स्क्वायर करके लिखूँगा ए स्क्वायर प्लस बी ए स्क्वायर माइनस बी स्क्वायर वाला फार्मूला बन गया तो इनू लिखांगे असी साइन स्क्वायर ए प्लस कॉस स्क्वायर ए प्लस 2 साइन ए कॉस ए वो फार्मूला असी खोलता ए स्क्वायर का ए अपने को कॉस ए प्लस साइन ए ਇਹਦਾ ਸਕੁਅਰ ਕਰਤਾ मतलब ए स्क्वायर यानी कि साइन स्क्वायर ए बी स्क्वायर मतलब कॉस स्क्वायर ए प्लस 2ab प्लस 2 साइन ए कॉस ए माइनस 1 का स्क्वायर माइनस 1 का स्क्वायर 1 ही आ जाऊगा तो साइन स्क्वायर ए प्लस कॉस स्क्वायर ए किहदे बराबर होगा 1 दे ठीक है इधर माइनस का 1 है तो 1 ते माइनस आ प्लस का 1 ठीक है बेटा तो माइनस का 1 ये की हो जाएंगे कट्टे जाएंगे आपस के विच ठीक है आह माइनस का 1 तो इतने जो असी साइन ए प्लस साइन स्क्वायर ए प्लस कॉस स्क्वायर ए बनावे कट्टे जाएंगे मतलब अपने को बचूगा कला उपर 2 साइन ए कॉस ए नीचे साइन ए कॉस ए चल रहा है तो मैं लिखदा जो अपने को बचा बचूगा 2 साइन ए कॉस ए नीचे बचूगा साइन ए कॉस ए कैंसल मतलब उत्तर कितना आ जू साडा 2 आ जूगा ठीक है सी ऑप्शन साइन 90 माइनस ए बराबर कॉस ए ये तो सिंपल फार्मूला ही है अगे साइन 60 कॉस 30 कॉस 60 साइन 30 ठीक है साइन 60 मतलब वर्गमूल 3 बटा 2 कॉस 60 कॉस 30 मतलब वर्गमूल 3 बटा 2 अगे प्लस कॉस 60 1 बटा 2 साइन 30 भी 1 बटा 2 गुणा जाए तो ये बन जूगा 3 बटा 4 ये बन जूगा साडा 1 बटा 4 4 असी लघुत्तम ले लीए 3 प्लस 1 मतलब 4 बटा 4 कट के कितना आ जाऊगा 1 सिंपल मुल भर दो सॉल्व कर लो तो अपना कितना आ जाऊगा तो 1 आ जाऊगा ठीक है नैक्सट जेकर अर्धव्यास आर वाले किसी चक्कर का घेरा दो अजिहे चक्कर के घेरों के जोड़फल के बराबर है जिन्हों के अर्धव्यास R1 तो R2 तो की होगा जो कैपीटल आर है वो की होगा चलो असी घेरे बराबर रख दें 2 पाई आर जो वड्डा चक्कर है वो 2 पाई R1 प्लस 2 पाई R2 बराबर है घेरे बराबर करते वो दोहां के जोड़ के बराबर है तो 2 पाई आर 2 पाई इन्होंने कॉमन कढ़ लिया सी जे R1 प्लस R2 रह जूगा बिच तो 2 पाई ना 2 पाई कैंसल मतलब जी कैपीटल आर है वो दोहां के अर्धव्यासां के जोड़ के बराबर आर इज इक्वल टू R1 प्लस R2 ए ऑप्शन सही आऊगी नैक्सट 32वां एक चक्कर के अर्धव्यासी खंड का खेत्रफल पता करो जिस दे लई कोण आ जिहड़ा थीटा वो कितना है 30 डिग्री तो चक्कर का खेत्रफल यानी कि पाई आर दी 2 का चक्कर का खेत्रफल कितना था अपन 288 ठीक है बेटा
ਅਰਧਵਿਆਸੀ ਖੰਡ ਦਾ ਖੇਤਰਫਲ ਤਾਂ 30/360 θ/360 ਗੁਣਾ ਪਾਈ ਆਰ ਦੀ 2 ਪਾਈ ਆਰ ਦੀ 2 ਆਪਾਂ ਨੂੰ 288 ਦਿੱਤਾ ਹੋਇਆ। ਠੀਕ ਹੈ, ਚਲੋ ਕੱਟ ਦਈਏ। 12 × 36 ਹੁੰਦੇ ਆ, 12 ਨਾਲ 288 ਨਾਲ ਭਾਗ ਕਰ ਦਾਂਗੇ, 12 ਦੂਣੀ 24 ਬਚ ਕੇ 4, 12 ਚੋਂ 48 ਤਾਂ 24 ਸੈਂਟੀਮੀਟਰ ਦੀ 2 ਆ ਜੂਗਾ। ਅਤੇ ਆਪਣੇ ਕੋਲ ਫਾਰਮੂਲਾ ਹੁੰਦਾ ਬੇਟਾ ਅਰਧਵਿਆਸੀ ਖੰਡ ਦਾ ਖੇਤਰਫਲ ਪਤਾ ਕਰਨ ਲਈ θ/360 ਗੁਣਾ ਪਾਈ ਆਰ ਦੀ 2। ਥੀਟਾ ਆਪਾਂ ਨੂੰ 30 ਡਿਗਰੀ ਦਿੱਤਾ ਹੋਇਆ, 360/360 ਪਾਈ ਆਰ ਦੀ 2 ਮਤਲਬ ਚੱਕਰ ਦਾ ਖੇਤਰਫਲ ਉਹ ਸਾਨੂੰ ਦਿੱਤਾ 288 ਪਰਤਾ। ਠੀਕ ਹੈ, ਕਿੰਨਾ ਉੱਤਰ ਆ ਜਾਊਗਾ 24। ਅੱਗੇ ਦੇਖੋ, ਕਿਸੇ ਦਿੱਤੇ ਗਏ ਕੇਂਦਰੀ ਕੋਣ ਲਈ ਕਿਹੜਾ ਕਥਨ ਸਹੀ ਹੈ। ਅਰਧਵਿਆਸੀ ਖੰਡ ਅਤੇ ਚੱਕਰੀ ਖੰਡ ਬਰਾਬਰ ਹੁੰਦੇ ਹਨ। ਅਰਧਵਿਆਸੀ ਖੰਡ ਚੱਕਰੀ ਖੰਡ ਤੋਂ ਜ਼ਿਆਦਾ ਹੁੰਦਾ ਹੈ, ਅਰਧਵਿਆਸੀ ਖੰਡ ਚੱਕਰੀ ਖੰਡ ਤੋਂ ਘੱਟ ਹੁੰਦਾ। ਇਹਨਾਂ ਵਿੱਚੋਂ ਕੋਈ ਨਹੀਂ। ਆਪਾਂ ਇਹ ਆਪਸ਼ਨ ਲੈ ਕੇ ਤੁਹਾਨੂੰ ਦਿਖਾਉਂਦੇ ਹਾਂ। ਅਗਰ ਇਹ ਹੈ ਜੋ ਸੰਗਤ ਅਰਧਵਿਆਸੀ ਖੰਡ ਚੱਕਰ ਖੰਡ ਦੀ ਵਰਤੋਂ ਗੱਲ ਕਰ ਰਹੇ ਨੇ ਤਾਂ ਅਰਧਵਿਆਸੀ ਖੰਡ ਆ ਜਿਹੜਾ, ਮੈਂ ਤੁਹਾਨੂੰ ਬਣਾ ਕੇ ਦਿਖਾਉਣਾ ਇਹ ਵਾਲਾ ਸਾਰਾ, ਤਾਂ ਇਸ ਦਾ ਖੇਤਰਫਲ ਜਿਹੜਾ ਸੰਗਤ ਅਰਧਵਿਆਸੀ ਖੰਡ ਹੈ, ਜਿਹੜਾ ਆਪਾਂ ਨੀਚੇ ਬਣਾਇਆ ਇਹ ਵਾਲਾ, ਜਿਹਨੂੰ ਅਸੀਂ ਲਘੂ ਚੱਕਰ ਖੰਡ ਬੋਲਦੇ ਹਾਂ, ਇਹਦੇ ਨਾਲੋਂ ਜ਼ਿਆਦਾ ਹੈ। ਠੀਕ ਹੈ, ਪਰ ਜਿਨ੍ਹਾਂ ਨੇ ਦੀਰਘ ਅਰਧਵਿਆਸੀ ਖੰਡ ਕਹਿਦਾ, ਦੀਰਘ ਵਾਲੇ ਦਾ ਕਹੀਏ ਵੀ ਆਹ ਚੱਕਰ ਖੰਡ ਹੈ ਤਾਂ ਦੀਰਘ ਵਾਲੇ ਦਾ ਫਿਰ ਹੈ ਨਾ ਇੱਧਰਲੇ ਪਾਸੇ ਦੀਰਘ ਚੱਕਰ ਖੰਡ ਦਾ ਖੇਤਰਫਲ ਜ਼ਿਆਦਾ ਹੈ। ਠੀਕ ਹੈ, ਇਸ ਕੇਸ ਦੇ ਵਿੱਚ, ਇੱਕ ਕੇਸ ਦੇ ਵਿੱਚ ਜ਼ਿਆਦਾ ਹੋ ਰਿਹਾ ਅਰਧਵਿਆਸੀ ਖੰਡ ਦਾ ਖੇਤਰਫਲ, ਇੱਕ ਕੇਸ ਦੇ ਵਿੱਚ ਘੱਟ ਹੋ ਰਿਹਾ। ਠੀਕ ਹੈ, ਪਰ ਥਰਡ ਕੇਸ ਕੀ ਹੈ ਵੀ ਜਿਹੜਾ ਅਰਧਵਿਆਸੀ ਖੰਡ ਹੈ, ਠੀਕ ਹੈ, ਆਹ ਬਣ ਗਿਆ ਏ ਉਹ ਵੀ ਆਹ ਹੈਗਾ ਕੋਣ, ਮਤਲਬ ਇੱਥੇ 180 ਡਿਗਰੀ ਬਣ ਰਿਹਾ ਥੀਟਾ, ਤਾਂ ਇਸ ਦੇ ਵਿੱਚ ਅਰਧਵਿਆਸੀ ਖੰਡ ਅਤੇ ਚੱਕਰ ਖੰਡ ਕੀ ਹੋ ਰਹੇ ਨੇ ਬਰਾਬਰ। ਠੀਕ ਹੈ, ਇਸ ਕੇਸ ਦੇ ਵਿੱਚ ਦੋਨੇ ਕੀ ਹੋ ਰਹੇ ਨੇ ਬਰਾਬਰ ਹੋ ਰਹੇ ਨੇ। ਠੀਕ ਹੈ, ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਹੈ ਜਿਹੜੀ ਉਹ ਸਹੀ ਹੋ ਸਕਦੀ ਹੈ, ਡਿਪੈਂਡ ਕਰਦਾ ਵੀ ਉਹ ਥੀਟਾ ਜਿਹੜਾ ਉਹ ਕਿੰਨਾ ਹੈ, ਜਾਂ ਅਸੀਂ ਸੰਗਤ ਚੱਕਰ ਖੰਡ ਦੀ ਗੱਲ ਕਰ ਰਹੇ ਹਾਂ ਕਿ ਲਘੂ ਚੱਕਰ ਖੰਡ ਦੀ ਗੱਲ ਕਰ ਰਹੇ ਹਾਂ ਕਿ ਦੀਰਘ ਚੱਕਰ ਖੰਡ ਦੀ ਗੱਲ ਕਰ ਰਹੇ ਹਾਂ, ਉਸ 'ਤੇ ਵੀ ਡਿਪੈਂਡ ਕਰਦਾ ਹੈ। ਤਾਂ ਜਿਹੜੀ ਲਾਸਟ ਆਪਸ਼ਨ ਇਹਦੇ ਲਈ ਸਹੀ ਆਊਗੀ, ਕਿਉਂਕਿ ਇਹ ਆਪਸ਼ਨਸ ਡਿਪੈਂਡ ਕਰਦੀਆਂ ਨੇ ਵੀ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਇੱਥੇ ਜੇ ਇਹਨਾਂ ਨੇ ਇਹ ਗੱਲ ਲਿਖੀ ਹੁੰਦੀ ਵੀ ਸੰਗਤ ਚੱਕਰ ਖੰਡ, ਫਿਰ ਗੱਲ ਕੁਛ ਹੋਰ ਹੋਣੀ ਸੀ। ਠੀਕ ਹੈ, ਜੇ ਸੰਗਤ ਚੱਕਰ ਖੰਡ ਲਿਖਿਆ ਹੁੰਦਾ ਤਾਂ ਫਿਰ ਅਰਧਵਿਆਸੀ ਖੰਡ ਦਾ ਖੇਤਰਫਲ ਹਮੇਸ਼ਾ ਜ਼ਿਆਦਾ ਹੋਣਾ ਸੀ, ਮਤਲਬ ਬੀ ਆਪਸ਼ਨ ਹੋਣੀ ਸੀ, ਫਿਰ ਬੀ ਆਪਸ਼ਨ ਹੋਣੀ ਸੀ। ਪਰ ਉਹਨਾਂ ਨੇ ਆਪਾਂ ਨੂੰ ਇਹ ਨਹੀਂ ਦੱਸਿਆ ਵੀ ਸੰਗਤ ਚੱਕਰ ਖੰਡ ਹੈ, ਨਾ ਆਪਾਂ ਨੂੰ ਇਹ ਦੱਸਿਆ ਵੀ ਲਘੂ ਚੱਕਰ ਖੰਡ ਹੈ ਕਿ ਦੀਰਘ ਚੱਕਰ ਖੰਡ ਹੈ, ਤਾਂ ਇਹਦਾ ਲਾਸਟ ਆਪਸ਼ਨ ਹੈ ਜਿਹੜੀ ਇਹਦੇ ਲਈ ਸਹੀ ਆਊਗੀ। ਨੈਕਸਟ ਕੁਐਸਚਨ ਹੈ, ਦਿੱਤੇ ਗਏ ਚਿੱਤਰ ਵਿੱਚ ਓ ਏ ਬੀ ਇੱਕ ਸਮਭੁਜੀ ਤ੍ਰਿਭੁਜ ਹੈ, ਉਹ ਚੱਕਰ ਦਾ ਕੇਂਦਰ ਹੈ, ਤਾਂ ਹੇਠ ਦੇ ਵਿੱਚ ਕਿਹੜਾ ਰੰਗੀਨ ਭਾਗ ਦੇ ਖੇਤਰਫਲ ਲਈ ਢੁਕਵਾਂ ਹੈ। ਤਾਂ ਰੰਗੀਨ ਭਾਗ ਦਾ ਖੇਤਰਫਲ ਇੱਕ ਤਾਂ ਤ੍ਰਿਭੁਜ ਦਾ ਖੇਤਰਫਲ ਜੁੜੂਗਾ, ਇੱਕ ਚੱਕਰ ਦਾ ਖੇਤਰਫਲ ਜੁੜੂਗਾ। ਦੇਖੋ ਬੇਟਾ, ਚੱਕਰ ਦਾ ਇੱਥੇ ਜਿਹੜਾ ਕੋਣ ਬਣਦਾ ਉਹ ਬਣਦਾ 60 ਡਿਗਰੀ, ਜਿਹੜਾ ਕਿ ਟੋਟਲ ਕੋਣ ਦਾ ਕਿੰਨਵਾਂ ਹਿੱਸਾ ਹੈ 6ਵਾਂ, 1/6। ਠੀਕ ਹੈ, ਤਾਂ ਕੀ ਹੋਊਗਾ ਪੂਰੇ ਚੱਕਰ ਦਾ ਜੇ ਖੇਤਰਫਲ ਅਸੀਂ ਜੋੜ ਦਈਏ, ਠੀਕ ਹੈ, ਇਹਦੇ ਵਿੱਚ ਉਹਦੇ ਵਿੱਚੋਂ 1/6ਵਾਂ ਭਾਗ ਘਟਾ ਦਈਏ ਅਤੇ ਪੂਰੀ ਤ੍ਰਿਭੁਜ ਦਾ ਜੋੜ ਦਈਏ, ਉਹ ਉਹਦਾ ਖੇਤਰਫਲ ਬਣੂਗਾ। ਠੀਕ ਹੈ, ਇੱਕ ਤਾਂ ਪੂਰੀ ਤ੍ਰਿਭੁਜ ਦਾ ਖੇਤਰਫਲ ਹੋ ਗਿਆ, ਆਹ ਵਾਲੀ ਤ੍ਰਿਭੁਜ ਦਾ ਖੇਤਰਫਲ ਠੀਕ ਹੈ ਹੋ ਜਾਊਗਾ ਪੂਰਾ। ਪਰ ਹੁਣ ਚੱਕਰ ਪੂਰਾ ਨਹੀਂ ਹੈ, ਜੇ ਚੱਕਰ ਦਾ ਅਸੀਂ ਪੂਰੇ ਦਾ ਖੇਤਰਫਲ ਜੋੜ ਵੀ ਦਿੱਤਾ ਤਾਂ ਉਹਦੇ ਵਿੱਚੋਂ 6ਵਾਂ ਹਿੱਸਾ ਸਾਨੂੰ ਵਿੱਚੋਂ ਘਟਾਉਣਾ ਪਊਗਾ। ਠੀਕ ਹੈ, ਤਾਂ ਕਿਹੜੀ ਆਪਸ਼ਨ ਸਹੀ ਆਊਗੀ ਸੀ। ਪੂਰੇ ਚੱਕਰ ਦਾ ਖੇਤਰਫਲ ਮਤਲਬ ਪਾਈ ਆਰ ਦੀ 2, ਤ੍ਰਿਭੁਜ ਦਾ ਖੇਤਰਫਲ ਵਰਗਮੂਲ 3/4 ਏ ਸਕੁਅਰ ਮਤਲਬ 12 × 12, ਅਤੇ 6ਵਾਂ ਹਿੱਸਾ ਜਿਹੜਾ ਚੱਕਰ ਦਾ ਅਸੀਂ ਵਿੱਚੋਂ ਖੇਤਰਫਲ ਘਟਾਵਾਂਗੇ। ਸੀ ਆਪਸ਼ਨ ਇਹਦੇ ਲਈ ਸਹੀ ਆਊਗੀ। ਨੈਕਸਟ ਕੁਐਸਚਨ ਹੈ 35ਵਾਂ, 1 ਤੋਂ 15 ਤੱਕ ਸੰਖਿਆਵਾਂ ਨੇ, ਅਚਾਨਕ ਚੁਣੀ ਗਈ ਸੰਖਿਆ ਦੇ 4 ਦੇ ਗੁੰਜ ਹੋਣ ਦੀ ਕੀ ਸੰਭਾਵਨਾ ਹੈ। 4 ਦੇ ਗੁੰਜ ਕਿਹੜੇ ਹੋਣਗੇ 4, 8, 12। ਕਿੰਨੇ ਗੁੰਜ ਹੋ ਗਏ 4 ਦੇ ਵੀ 3, ਟੋਟਲ ਸੰਖਿਆਵਾਂ ਕਿੰਨੀਆਂ ਨੇ 15, ਤਾਂ 3 × 3 3 5 15, ਤਾਂ ਕਿੰਨੀ ਆ ਜੂ ਸੰਭਾਵਨਾ ਪੁੱਤ 1/5, ਇਹ ਆਪਸ਼ਨ। ਨੈਕਸਟ, ਇੱਕ ਬੈਗ ਵਿੱਚ 8 ਲਾਲ ਗੇਂਦਾਂ, 6 ਹਰੀਆਂ ਗੇਂਦਾਂ ਅਤੇ 5 ਨੀਲੀਆਂ ਗੇਂਦਾਂ ਹਨ। ਇਹ ਬੈਗ ਵਿੱਚੋਂ ਇੱਕ ਗੇਂਦ ਬਾਹਰ ਕੱਢੀ ਗਈ, ਸਫੈਦ ਗੇਂਦ ਹੋਣ ਦੀ ਕੀ ਸੰਭਾਵਨਾ, ਕਿੰਨੀ ਸੰਭਾਵਨਾ ਹੈ 0, ਕਿਉਂਕਿ ਇਸ ਦੇ ਵਿੱਚ ਸਫੈਦ ਗੇਂਦ ਇਸ ਬੈਗ ਦੇ ਵਿੱਚ ਨਹੀਂ ਹੈ। ਠੀਕ ਹੈ ਬੇਟਾ, ਤਾਂ ਵਿਦਿਆਰਥੀ ਕੋਲ ਇੱਕ ਪਾਸਾ ਹੈ ਜਿਸ ਦੇ ਫਲਕਾਂ ਦੇ ਅੰਕ ਆ ਜਿਹੜੇ ਲਿਖੇ ਹੋਏ ਨੇ PPQRES, ਇਸ ਦੀ ਕੀ ਸੰਭਾਵਨਾ ਵੀ S ਪ੍ਰਾਪਤ ਹੋਏ। ਤਾਂ S ਕਿੰਨੇ ਵਾਰ ਆਇਆ ਸਾਡੇ ਕੋਲ 1 ਵਾਰ, ਟੋਟਲ ਪਾਸੇ ਕਿੰਨੇ ਨੇ 6, ਤਾਂ ਕੀ ਸੰਭਾਵਨਾ 1/6 ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ, 2/3 ਵੀ ਹੋ ਸਕਦੀ, 1 ਤੋਂ ਘੱਟ ਹੈ,
1 ਵੀ ਹੋ ਸਕਦੀ ਹੈ 0.16, ਇਹ ਵੀ 1 ਤੋਂ ਘੱਟ ਹੈ, 0 ਤੇ 1 ਦੇ ਵਿਚਕਾਰ ਹੈ, ਇਹ ਵੀ ਹੋ ਸਕਦੀ ਹੈ। 52/3 1 ਤੋਂ ਵੱਧ ਜੂਗੀ, ਠੀਕ ਹੈ। ਤਾਂ ਇਹ ਜਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ, ਡੀ ਆਪਸ਼ਨ ਆ ਜੂਗੀ ਇਹਦੇ ਲਈ ਸਹੀ। ਨੈਕਸਟ ਕੁਐਸਚਨ ਹੈ, ਚੰਗੀ ਤਰ੍ਹਾਂ ਫੈਂਟੀ ਹੋਈ 52 ਪੱਤਿਆਂ ਦੀ ਤਾਸ਼ ਦੀ ਗੁੱਟੀ ਵਿੱਚੋਂ ਖਿੱਚੇ ਗਏ ਇੱਕ ਪੱਤੇ ਦੇ ਇੱਕਾ, ਜਿਹਨੂੰ ਅਸੀਂ ਯੱਕਾ ਵੀ ਬੋਲਦੇ ਹਾਂ, ਹੋਣ ਦੀ ਕੀ ਸੰਭਾਵਨਾ। ਹੁਣ ਇੱਕਾ ਜਾਂ ਯੱਕਾ ਕਿੰਨੇ ਹੁੰਦੇ ਆ ਵੀ ਯੱਕੇ, ਟੋਟਲ ਤਾਸ਼ ਦੇ ਵਿੱਚ 4, ਕੁੱਲ ਪੱਤੇ ਕਿੰਨੇ ਹੁੰਦੇ ਆ 52, ਤਾਂ 4/52, 4 ਤੋਂ ਕੱਢ ਦੋ 4 × 4 13 ਚੌਕਾ 52, ਮਤਲਬ ਕਿੰਨੀ ਸੰਭਾਵਨਾ ਹੋ ਜੂਗੀ 1/13। ਬੀ ਆਪਸ਼ਨ ਜਿਹੜੀ ਸਾਡੀ ਇਹਦੇ ਲਈ ਸਹੀ ਹੋ। ਨੈਕਸਟ ਕੁਐਸਚਨ ਹੈ, ਜੇਕਰ ਪੀ ਏ ਸੰਭਵ ਘਟਨਾ, ਕਿਹੜੀ ਘਟਨਾ ਵੀ ਸੰਭਵ ਘਟਨਾ ਏ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ, ਤਾਂ ਹੇਠ ਦਿੱਤੇ ਵਿੱਚੋਂ ਕਿਹੜਾ ਕਥਨ ਸਹੀ ਹੈ। ਬੇਟਾ ਇਹ ਸੰਭਵ ਘਟਨਾ ਹੈ ਜਿਸ ਦੀ ਘਟਨਾ ਅਸੀਂ ਲਿਖ ਰਹੇ ਹਾਂ। ਪ੍ਰੋਬੈਬਿਲਿਟੀ ਆਫ ਇਵੈਂਟ ਏ ਕੀ ਹੋ ਸਕਦੀ ਹੈ, ਜੇ ਸੰਭਵ ਘਟਨਾ ਤਾਂ 0 ਤਾਂ ਨਹੀਂ ਹੋ ਸਕਦੀ, 0 ਤੋਂ ਹਮੇਸ਼ਾ ਵੱਡੀ ਹੋਊਗੀ, ਕਿਉਂਕਿ 0 ਸੰਭਾਵਨਾ ਉਦੋਂ ਹੁੰਦੀ ਹੈ ਜਦੋਂ ਘਟਨਾ ਕੀ ਹੁੰਦੀ ਆ ਅਸੰਭਵ, ਠੀਕ ਹੈ। ਅਸੰਭਵ ਘਟਨਾ ਲਈ 0 ਹੁੰਦੀ ਹੈ, ਤਾਂ 0 ਨਹੀਂ ਹੋ ਸਕਦੀ, 0 ਤੋਂ ਵੱਡੀ ਹੋਊਗੀ। 1 ਹੋ ਸਕਦੀ ਹੈ, 1 ਤੋਂ ਛੋਟੀ ਹੋ ਸਕਦੀ ਹੈ, ਮਤਲਬ ਇਹ ਆਪਸ਼ਨ ਹੈ ਜਿਹੜੀ ਇਹਦੇ ਲਈ ਸਹੀ ਆਊਗੀ ਜੇ ਘਟਨਾ ਸੰਭਵ ਹੈ। ਪਰ ਜੇ ਆਪਾਂ ਨੂੰ ਐਂ ਲਿਖਿਆ ਹੁੰਦਾ ਵੀ ਕਿਸੇ ਘਟਨਾ ਦੀ ਸੰਭਾਵਨਾ, ਫਿਰ ਅਸੀਂ 0 ਦੇ ਇਕੁਅਲ ਵੀ ਕਰ ਸਕਦੇ ਸੀ, ਠੀਕ ਹੈ, ਫਿਰ ਅਸੀਂ ਇਹ ਵੀ ਲਾ ਸਕਦੇ ਸੀ, ਠੀਕ ਹੈ। ਪਰ ਹੁਣ ਨਹੀਂ ਹੈ, ਤਾਂ ਇਹ ਨਹੀਂ ਲੱਗਦਾ, 0 ਤੋਂ ਵੱਡੀ ਹੋਊਗੀ ਅਤੇ 1 ਦੇ ਬਰਾਬਰ ਜਾਂ 1 ਤੋਂ ਛੋਟੀ ਹੋਊਗੀ ਕਿਸੇ ਵੀ ਸੰਭਵ ਘਟਨਾ ਦੀ ਸੰਭਾਵਨਾ। ਮਤਲਬ ਕਿਹੜੀ ਆਪਸ਼ਨ ਸਹੀ ਆਊਗੀ ਸਾਡੇ ਲਈ, ਪਹਿਲੀ ਆਪਸ਼ਨ ਇਹਦੇ ਲਈ ਸਹੀ ਆਊਗੀ, ਠੀਕ ਹੈ ਬੇਟਾ। ਇਹ ਸੀਗਾ ਤੁਹਾਡਾ ਮੈਥ ਲਈ ਰਿਵੀਜ਼ਨ ਪੇਪਰ 3rd, ਅਤੇ ਮੈਨੂੰ ਉਮੀਦ ਆ ਤੁਹਾਨੂੰ ਇਹ ਕੁਐਸਚਨ ਬੜੇ ਵਧੀਆ ਤਰੀਕੇ ਨਾਲ ਸਮਝ ਆ ਗਏ ਹੋਣਗੇ। ਥੈਂਕ ਯੂ ਬੇਟਾ।